ਹੈਲੋ ਸਟੂਡੈਂਟਸ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਲਕਮ ਕਰਦੇ ਹਾਂ ਆਪਣੇ ਚੈਨਲ ਈਜ਼ੀ ਕਲਾਸਿਸ ਦੇ ਉੱਪਰ। ਲੈ ਕੇ ਆਏ ਹਾਂ 8th ਕਲਾਸ ਦੇ ਸਟੂਡੈਂਟਸ ਦਾ ਜਿਹੜਾ SST ਵਿਸ਼ੇ ਦਾ ਆ ਉਹ ਇੱਕ ਕੁਐਸਚਨ ਪੇਪਰ, ਮੋਸਟ ਇੰਪੋਰਟੈਂਟ ਕੁਐਸਚਨ ਪੇਪਰ ਕਰਾਂਗੇ ਇਸ ਵੀਡੀਓ ਦੇ ਵਿੱਚ ਫੁੱਲੀ ਸੋਲਵ। 80 ਮਾਰਕਸ ਦਾ ਟੋਟਲ ਪੇਪਰ ਆ। ਦੇਖੋ ਤੁਹਾਡੇ ਕੋਲ ਪਹਿਲਾਂ ਕੀ ਆ, 10 ਹੈਗੇ ਆ ਆਪਣੇ ਕੋਲ ਆਹ ਵਸਤੂਨਿਸ਼ਟ ਪ੍ਰਸ਼ਨ MCQ, ਫਿਰ ਭਾਗ ਐੜੇ ਦੇ ਵਿੱਚ ਹੈਗੇ ਆ ਖਾਲੀ ਥਾਵਾਂ, ਸਹੀ ਗਲਤ ਤੇ ਇੱਕ ਇੱਕ ਵਾਕ ਦੇ ਵਿੱਚ ਆਨਸਰ ਦੇਣੇ ਆ, ਇੱਕ ਇੱਕ ਸ਼ਬਦ ਦੇ ਵਿੱਚ। ਭਾਗ ED ਆ, ਇਹਦੇ ਵਿੱਚ ਆਪਣੇ ਕੋਲ 6 ਪ੍ਰਸ਼ਨ ਕਰਨੇ ਹੋਣਗੇ। ਭਾਗ SS ਦੇ ਵਿੱਚ 4 ਪ੍ਰਸ਼ਨ ਕਰਨੇ ਹੋਗੇ, ਉਹ ਵੀ ਅੰਦਰੂਨੀ ਛੂਟ ਦੇ ਨਾਲ। ਫਿਰ ਤੁਹਾਡੇ ਕੋਲ ਸਰੋਤ ਆਧਾਰਿਤ ਪ੍ਰਸ਼ਨ ਕਿੰਨੇ ਆ ਜੀ? 2 ਆ, ਠੀਕ ਆ। ਤੇ ਇਹ ਹੈ ਕਿੰਨੇ 12 ਨੰਬਰ ਦੇ ਆ ਜੀ, ਠੀਕ। ਫਿਰ ਤੁਹਾਡੇ ਕੋਲ 10 ਨੰਬਰ ਦਾ ਨਕਸ਼ਾ ਕਾਰਜ ਆ। ਸੋ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਾਂ ਨੂੰ ਕਰਾਂਗੇ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। तो फस्ट ऑफ ऑल साडे कोल आ जाने जी MCQs। तो शुरू करते हैं पहले क्वेश्चन तो। कहंदा ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਕਿਹੜੇ ਸਾਧਨ ਹੁੰਦੇ ਆ? ਸੰਭਾਵਿਤ, ਵਿਕਸਿਤ, ਭੂਮੀ ਸਾਧਨ ਜਾਂ ਮੁੱਕਣਯੋਗ ਸਾਧਨ। ਤਾਂ ਸੰਭਾਵਿਤ ਸਾਧਨ ਉਹਨਾਂ ਨੂੰ ਕਿਹਾ ਜਾਂਦਾ ਹੈ। ਨੈਕਸਟ ਦੇਖਾਂਗੇ ਜੀ ਆਪਾਂ ਕੁਐਸਚਨ ਹੈਗਾ ਆ, ਉਹ ਨਰਮ ਅਤੇ ਭੂਰੇ ਰੰਗ ਦੀ ਧਾਤ ਕਿਹੜੀ ਹੈ ਜਿਹੜੀ ਆਕੇ ਲਿਖਿਆ ਅਗਨੀ ਦੇ ਰੂਪਾਂਤਰਿਤ ਚਟਾਨਾਂ ਤੋਂ ਮਿਲਦੀ ਹੈ? ਸੋਨਾ, ਤਾਂਬਾ, ਲੋਹਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਹਦਾ ਰਾਈਟ ਆਨਸਰ ਆਪਣੇ ਕੋਲ ਆ ਜਾਣਾ ਜੀ ਤਾਂਬਾ, ਠੀਕ ਹੈ। ਅਗਲਾ ਕੁਐਸਚਨ, ਪ੍ਰਿਥਵੀ ਦੇ ਅੰਦਰ ਜਿੱਥੇ ਭੂਚਾਲ ਤਰੰਗਾਂ ਉੱਠਦੀਆਂ ਹਨ ਉਸ ਨੂੰ ਡੈਸ਼ ਕਿਹਾ ਜਾਂਦਾ ਆ? ਉਦਗਮ ਕੇਂਦਰ, ਅਧਿ ਕੇਂਦਰ, ਸਿਜ਼ਮੋਗ੍ਰਾਫ, ਇਹਨਾਂ ਵਿੱਚੋਂ ਕੋਈ ਨਹੀਂ। ਆਨਸਰ ਆ ਜਾਏਗਾ ਜੀ ਉਦਗਮ ਕੇਂਦਰ, ਠੀਕ। ਅੱਗੇ ਹੈਗਾ ਆ, ਫਰਾਂਸੀਸੀਆਂ ਨੇ ਭਾਰਤ ਵਿੱਚ ਹੇਠ ਲਿਖਿਆ ਵਿੱਚੋਂ ਕਿਹੜੀ ਬਸਤੀ ਸਥਾਪਿਤ ਨਹੀਂ ਕੀਤੀ ਸੀ? ਠੀਕ ਆ, ਪਾਂਡੀਚਰੀ, ਚੰਦਰਨਗਰ, ਬਾਸੀਨ ਜਾਂ ਕਾਰਗਿਲ। ਸੋ ਦੇਖੋ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜੀ ਜਿਹੜੀ ਸੀ ਉਹਨਾਂ ਦੁਆਰਾ ਬਸਾਈ ਨਹੀਂ ਗਈ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆ ਜਾਣਾ ਬਾਸੀਨ, ਠੀਕ। ਅਗਲਾ ਹੈਗਾ ਕਿ ਇਸ ਐਕਟ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ। ਸੋ ਇਸ ਕੁਐਸਚਨ ਦਾ ਆਨਸਰ ਆਏਗਾ ਆਪਣੇ ਕੋਲ ਚਾਰਟਰ ਐਕਟ 1853। ਫਿਰ ਬਿਹਾਰ ਵਿੱਚ ਕਿਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤਾ? ਮੁੰਡਾ ਕਬੀਲੇ, ਭੀਲ ਕਬੀਲੇ, ਗੌਂਡ ਕਬੀਲੇ, ਖਾਸੀ ਕਬੀਲੇ। ਸੋ 6ਵੇਂ ਕੁਐਸਚਨ ਦਾ ਰਾਈਟ ਆਨਸਰ ਆ ਜਾਣਾ ਜੀ ਮੁੰਡਾ ਕਬੀਲੇ, ਠੀਕ। ਅਗਲਾ ਦੇਖੋ, ਦੱਖਣੀ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਲਗਾਇਆ ਗਿਆ? ਸੋ ਆਪਣੇ ਕੋਲ ਆ ਜਾਣਾ ਹੈ ਇਸ ਕੁਐਸਚਨ ਦਾ ਰਾਈਟ ਆਨਸਰ 1840 ਈਸਵੀ ਦੇ ਵਿੱਚ, ਠੀਕ। ਫਿਰ ਆਪਣੇ ਕੋਲ ਅਗਲਾ ਹੈ ਮਹਾਤਮਾ ਗਾਂਧੀ। ਇੱਕ ਮਿੰਟ ਪਰ ਆਪਾਂ ਨੂੰ ਥੋੜੀ ਜਿਹੀ ਇੱਥੇ ਉਹ ਕਰ ਲਈਏ, ਕਲੀਨ ਕਰ ਲਈਏ ਆਪਣਾ ਸਕਰੀਨ ਤਾਂ ਕਿ ਅੱਛਾ ਲੱਗੇ। ਦੇਖੋ ਤਾਂ ਆਪਾਂ 8ਵੇਂ ਕੁਐਸਚਨ ਦੀ ਗੱਲ ਕਰਦੇ ਹਾਂ। ਮਹਾਤਮਾ ਗਾਂਧੀ ਜੀ ਨੇ ਸਿਵਲ ਨਾ ਫਰਮਾਨੀ ਅੰਦੋਲਨ ਕਦੋਂ ਚਲਾਇਆ? ਸੋ ਇਸ ਕੁਐਸਚਨ ਲਈ ਤੁਹਾਡਾ ਜਿਹੜਾ ਕਰੈਕਟ ਆਨਸਰ ਬਣ ਜਾਏਗਾ ਉਹ ਬਣ ਜਾਣਾ ਹੈ 1930। 9ਵਾਂ ਕੁਐਸਚਨ, ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ ਬਣਾਈ ਗਈ ਮਸੌਦਾ ਕਮੇਟੀ ਦੇ ਕਿੰਨੇ ਮੈਂਬਰ ਸੀਗੇ? 7 ਮੈਂਬਰ ਸੀਗੇ, ਤੁਹਾਨੂੰ ਆਲਰੇਡੀ ਯਾਦ ਰਹਿਣਾ ਚਾਹੀਦਾ ਹੈ। 10ਵਾਂ ਆ, ਸੰਵਿਧਾਨ ਦੀ ਰੱਖਿਅਕ, ਲੋਕਤੰਤਰ ਦੀ ਪਹਿਰੇਦਾਰੀ, ਅਧਿਕਾਰਾਂ ਦੇ ਸੁਤੰਤਰਤਾ ਦੀ ਸਮਰਥਕ ਕਿਸ ਨੂੰ ਮੰਨਿਆ ਗਿਆ ਹੈ? ਤਾਂ ਇਹਦਾ ਰਾਈਟ ਆਨਸਰ ਜਿਹੜਾ ਆ ਜਾਣਾ ਉਹ ਆ ਜਾਣਾ ਜੀ ਨਿਆਂਪਾਲਿਕਾ ਨੂੰ, ਠੀਕ। ਹੁਣ ਆਪਾਂ ਅੱਗੇ ਕਰਾਂਗੇ ਭਾਗ ਐੜਾ, ਜਿਹਦੇ ਵਿੱਚ ਆਪਣੇ ਕੋਲ ਹੇਠ ਲਿਖੇ ਵਸਤੂਨਿਸ਼ਟ ਪ੍ਰਸ਼ਨ ਜਿਹੜੇ ਇੱਕ ਅੰਕ ਦੇ ਪ੍ਰਸ਼ਨ ਆ ਤੇ ਸਾਰੀ ਲਾਜ਼ਮੀ ਆ। ਸ਼ੁਰੂ ਕਰਦੇ ਆ। ਡੈਸ਼ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਹੈ? ਇਸ ਦਾ ਆਨਸਰ ਜਿਹੜਾ ਹੈ ਜੀ ਉਹ ਹੈਗਾ ਨੋ ਬਾਰਡਰ, ਠੀਕ ਆ, ਬਾੜ। ਨੈਕਸਟ ਦੂਜਾ, 18ਵੀਂ ਸਦੀ ਵਿੱਚ ਭਾਰਤ ਵਿੱਚ ਡੈਸ਼ ਤੇ ਡੈਸ਼ ਪਠਾਨ ਤੇ ਰਾਜਪੂਤ ਆਦਿ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ। ਇਸ ਦੇ ਵਿੱਚ ਆਪਣੇ ਕੋਲ ਸੀਗੇ ਜੀ ਸਿੱਖ ਤੇ ਮਰਾਠੇ, ਠੀਕ ਆ, ਸਿੱਖ ਮਰਾਠੇ, ਠੀਕ। ਇਹਨਾਂ ਨੂੰ ਆਪਾਂ ਸਾਈਡ ਤੇ ਕਰ ਲੈਂਦੇ ਆ, ਠੀਕ। ਇੱਧਰ ਕਿਤੇ ਵੀ ਸਾਈਡ ਤੇ ਲਿਖ ਲਈਏ ਸਿੱਖ ਤੇ ਮਰਾਠੇ, ਠੀਕ ਆ। ਸੋ ਨੈਕਸਟ ਆਪਣੇ ਕੋਲ ਦੇਖੋ ਥਰਡ, ਕਹਿੰਦਾ ਸਮਾਜ 4 ਭਾਗਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਕਸ਼ਤਰੀ, ਡੈਸ਼ ਸ਼ੂਦਰ ਤੇ ਵੈਸ਼ ਸ਼ੂਦਰ ਵਿੱਚ, ਠੀਕ ਆ, ਵੈਸ਼। 4th ਆ ਡੈਸ਼ ਪਹਿਲੀ ਸੂਚਨਾ ਰਿਪੋਰਟ ਹੈ ਜੀ। ਸੋ ਸਭ ਨੂੰ ਪਤਾ FIR, ਠੀਕ। ਸੋ ਇੱਥੇ ਥੋੜੀ ਜਿਹੀ ਹੁਣ ਕਰ ਲਈਏ ਸਕਰੀਨ ਕਲੀਨ ਤਾਂ ਕਿ ਅੱਗੇ ਕਰੀਏ ਸਹੀ ਗਲਤ। ਤਾਂ ਦੇਖੋ ਜੀ ਆਪਣੇ ਕੋਲ ਸਹੀ ਗਲਤ ਇੱਥੋਂ ਦੀ ਕਰਦੇ ਹਾਂ ਸ਼ੁਰੂ। ਪਹਿਲਾ
ਜਦੋਂ ਇੱਕ ਬਿਮਾਰੀ ਫੈਲ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਉਸ ਨੂੰ ਮਹਾਮਾਰੀ ਦਾ ਨਾਂ ਦਿੱਤਾ ਜਾਂਦਾ। ਬਿਲਕੁਲ ਠੀਕ ਹੈ। ਨੈਕਸਟ ਦੇਖੋ, ਵਾਰ ਮੈਮੋਰੀਅਲ ਸੰਸਾਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਬਣਾਈ ਗਈ। ਕੀ ਇਹ ਸਹੀ ਹੈ? ਬਿਲਕੁਲ ਠੀਕ ਹੈ। ਥਰਡ, ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਆ, ਸੋ ਇਹ ਗਲਤ ਆ ਜਾਣਾ ਹੈ ਆਪਣੇ ਕੋਲ। ਕਾਨੂੰਨ ਜਿਹੜੇ ਆ ਅਨਿਸ਼ਚਿਤ ਨਿਯਮ ਨਹੀਂ ਹੁੰਦੇ, ਨਿਸ਼ਚਿਤ ਹੁੰਦੇ ਆ। ਫਿਰ ਹੈਗਾ, ਮੱਕੀ ਤੋਂ ਕੀ ਤਿਆਰ ਕੀਤਾ ਜਾਂਦਾ ਹੈ। ਸੋ ਤੁਸੀਂ ਲਿਖੋਗੇ ਮੱਕੀ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਹਨ, ਠੀਕ ਹੈ ਜੀ, ਜਿਵੇਂ ਕਿ ਮੱਕੀ ਦੀ ਰੋਟੀ, ਪੌਪਕੌਰਨ, ਕੌਰਨ ਫਲੈਕਸ, ਮੱਕੀ ਦਾ ਆਟਾ, ਭੁੰਨੀ ਮੱਕੀ, ਮੱਕੀ ਦਾ ਸਟਾਰਚ ਜਿਹਨੂੰ ਕੌਰਨ ਸਟਾਰਚ ਕਹਿੰਦੇ ਆ, ਮੱਕੀ ਦਾ ਤੇਲ, ਮੱਕੀ ਦਾ ਸਿਰਪ, ਚਾਰਾ ਪਸ਼ੂਆਂ ਦੇ ਲਈ, ਤੇ ਮੱਕੀ ਦੀ ਖੀਰ ਜਾਂ ਲੱਪਸੀ ਜਿਹਨੂੰ ਤੁਸੀਂ ਕਹਿੰਦੇ ਹੋ। ਇਹ ਆ ਜਾਣਾ ਇਸ ਦਾ ਆਨਸਰ। ਸੋ ਅਗਲਾ ਕੁਐਸਚਨ ਹੈਗਾ ਆਪਣੇ ਕੋਲ, ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫੈਕਟਰੀ ਜਿਹੜੀ ਆ ਉਹ ਕਦੋਂ ਤੇ ਕਿੱਥੇ ਸਥਾਪਿਤ ਕੀਤੀ। ਸੋ ਇਹਦਾ ਆਨਸਰ ਲਿਖਦੇ ਹਾਂ ਜੀ। ਚਲੋ ਲਿਖੀਏ ਇਸ ਦਾ ਆਨਸਰ। ਸੋ ਉਹਨਾਂ ਨੇ ਪੁੱਛਿਆ ਪਹਿਲੇ ਕਦੋਂ, ਤਾਂ ਕਦੋਂ ਲਈ ਲਿਖ ਦੂੰਗੇ 1612 ਈਸਵੀ, ਤੇ ਉਹਨਾਂ ਨੇ ਪੁੱਛਿਆ ਕਿੱਥੇ, ਤਾਂ ਤੁਸੀਂ ਲਿਖ ਦੂੰਗੇ ਸੂਰਤ ਵਿਖੇ। ਠੀਕ ਹੈ, ਸੂਰਤ ਵਿਖੇ। ਠੀਕ ਹੈ ਜੀ। ਥਰਡ ਹੈ, ATM ਮਸ਼ੀਨ ਦਾ ਪੂਰਾ ਨਾਂ ਲਿਖੋ। ਸੋ ਇਹ ਹੈ ਜਿਹੜਾ ATM ਦਾ ਪੂਰਾ ਨਾਂ ਆਟੋਮੈਟਿਕ ਟੈਲਰ ਮਸ਼ੀਨ, CHINE। ਠੀਕ। ਸੋ ਇਹਨਾਂ ਨੂੰ ਯਾਦ ਰੱਖਣਾ ਹੈ ਜਿਹੜੇ ਕੁਐਸਚਨ ਆ, ਦੁਬਾਰਾ ਰਿਪੀਟ ਕਰ ਲੈਣਾ ਜਦੋਂ ਇਹ ਵੀਡੀਓ ਕੰਪਲੀਟ ਹੋਊਗੀ। ਦੁਬਾਰਾ ਇੱਕ ਵਾਰੀ ਵੀਡੀਓ ਨੂੰ ਸਟਾਰਟਿੰਗ ਤੋਂ ਦੇਖ ਲੈਣਾ ਤਾਂ ਕਿ ਸਾਰੇ ਕੁਐਸਚਨ ਕਲੀਅਰ ਹੋ ਜਾਣ। ਭਾਗ ED 18 ਮਾਰਕਸ ਦੀ ਕਰਾਂਗੇ, ਜਿਹਦੇ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ 30 ਤੋਂ 50 ਸ਼ਬਦ ਦੇ ਵਿੱਚ ਦੇਣੇ ਨੇ, ਯਾਨੀ ਕਿ 3 ਨੰਬਰ ਦਾ ਇੱਕ ਕੁਐਸਚਨ ਆ। ਸੋ ਇੱਕ ਵਾਰੀ ਸਾਰੇ ਕੁਐਸਚਨਾਂ ਨੂੰ ਪੜ੍ਹ ਲਈਏ, ਫਿਰ ਅਸੀਂ ਆਨਸਰ ਦਵਾਂਗੇ ਜੀ। ਤਾਂ ਦੇਖੋ, ਪਾਣੀ ਦੀ ਇੱਕ ਮਿੰਟ, ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ। ਸੈਕਿੰਡ, ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਆ। ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ, ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ, ਰਾਸ਼ਟਰੀ ਏਕਤਾ ਤੇ ਅਖੰਡਤਾ ਤੋਂ ਕੀ ਭਾਵ ਹੈ, ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ। ਠੀਕ। ਸੋ ਇਹ 6 ਕੁਐਸਚਨ ਕਰਾਂਗੇ। ਫਿਰ ਭਾਗ ਸੱਸਾ ਆ, ਜਿਹਦੇ ਮੈਂ ਤੁਹਾਨੂੰ ਕਿੰਨੇ 8 ਕੁਐਸਚਨ ਆ, ਮੇਰੇ ਖਿਆਲ 6 ਅਸੀਂ ਕੀਤੇ ਆ, ਤੇ ਉਹ ਮੈਂ 6 ਦੇ 6 ਤੁਹਾਨੂੰ ਕਰਾ ਦੂੰਗਾ। ਜਿਹੜੇ ਤੁਹਾਨੂੰ ਈਜ਼ੀ ਲੱਗਣ ਉਹ ਤੁਸੀਂ ਕਰ ਲੈਣੇ। ਸੋ ਅਸੀਂ ਮੱਕੀ ਤੋਂ ਕਿਹੜੀ ਚੀਜ਼ਾਂ ਪ੍ਰਾਪਤ ਹੁੰਦੀਆਂ ਕਰ ਲਈਆਂ। ਕਰਦੇ ਹਾਂ ਅਗਲਾ ਕੁਐਸਚਨ ਜੀ। ਤਾਂ ਇਸ ਤੋਂ ਅਗਲਾ ਆਪਣੇ ਕੋਲ ਕੁਐਸਚਨ ਹੈ ਜਿਹੜਾ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਸੋ ਦੇਖੋ, ਪਾਣੀ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ, ਜਾਂ ਫਿਰ ਤੁਸੀਂ ਇੱਦਾਂ ਲਿਖ ਸਕਦੇ ਹੋ, ਪਾਣੀ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਸਮਝਦੇ ਹੋਏ ਪਾਣੀ ਦੀ ਸੰਭਾਲ ਕਰਨ ਲਈ ਹੇਠ ਲਿਖੇ ਤਰੀਕੇ ਦੱਸੇ ਗਏ ਆ। ਫਸਟ, ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤਿਆ ਜਾਵੇ। ਸੈਕਿੰਡ ਹੈਗਾ, ਸਿੰਚਾਈ ਲੋੜ ਅਨੁਸਾਰ ਹੀ ਕੀਤੀ ਜਾਵੇ। ਸਿੰਚਾਈ ਲਈ ਨਵੇਂ ਤਰੀਕੇ ਜਿਵੇਂ ਫੁਹਾਰਾ ਪਾਣੀ ਆਦਿ ਨੂੰ ਵਰਤਿਆ ਜਾਵੇ। ਵਰਖਾ ਦੇ ਪਾਣੀ ਨੂੰ ਬੰਨ ਬਣਾ ਕੇ ਜਮ੍ਹਾਂ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ। ਵਰਖਾ ਦੇ ਪਾਣੀ ਨੂੰ ਜ਼ਮੀਨੀ ਬੋਰਾਂ ਰਾਹੀਂ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਲੋੜ ਪੈਣ ਤੇ ਪਾਣੀ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ। ਸੀਵਰੇਜ ਦਾ ਪਾਣੀ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਠੀਕ। ਸੋ ਇਹ ਹੋਇਆ ਆਪਣੇ ਕੋਲ 3 ਨੰਬਰ ਦਾ ਕੁਐਸਚਨ ਕੰਪਲੀਟ, ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਸੀ। ਠੀਕ ਹੈ। ਸੋ ਅਗਲਾ ਕੁਐਸਚਨ ਦੇਖੋ ਜਦੋਂ ਇਹ ਕੁਐਸਚਨ ਪੇਪਰ ਜੋ ਤੁਸੀਂ ਸੋਲਵ ਕਰੋਗੇ ਤੁਹਾਨੂੰ ਈਜ਼ੀ ਲੱਗੂਗਾ, ਕਿਉਂਕਿ ਤੁਸੀਂ ਸਾਡੀ ਵੀਡੀਓ ਦੇਖੀ ਹੋਈ ਸੀ। ਠੀਕ ਹੈ। ਅਗਲਾ, ਕਿਹੜੇ ਉਪਾਅ ਸਾਨੂੰ ਮਹਾਮਾਰੀ ਵਰਗੀ ਆਫਤ ਤੋਂ ਬਚਾ ਸਕਦੇ ਆ। ਸ਼ੁੱਧ ਹਵਾ, ਸਾਫ਼ ਪਾਣੀ ਅਤੇ ਸਾਫ਼ ਸੁਥਰਾ ਆਲਾ ਦੁਆਲਾ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਬਚਾ ਸਕਦਾ ਹੈ। ਸ਼ਹਿਰਾਂ ਦੇ ਆਲੇ ਦੁਆਲੇ ਗੰਦੀਆਂ ਬਸਤੀਆਂ ਦੇ ਵਿਕਾਸ ਨੂੰ ਰੋਕਣਾ ਚਾਹੀਦਾ ਹੈ। ਪਿੰਡਾਂ, ਸ਼ਹਿਰਾਂ ਤੇ ਸਕੂਲਾਂ ਵਿੱਚ ਬਿਮਾਰੀਆਂ ਦੀ ਜਾਂਚ ਦਾ ਕੰਮ ਲਗਾਤਾਰ ਹੋਣਾ ਚਾਹੀਦਾ ਹੈ। ਮਹਾਮਾਰੀ ਫੈਲਣ ਦੀ ਸੂਰਤ ਵਿੱਚ ਡਾਕਟਰੀ ਟੀਮਾਂ ਨੂੰ ਹਸਪਤਾਲਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇੱਕ ਹੋਰ 3 ਨੰਬਰ ਦਾ ਕੁਐਸਚਨ ਹੈ ਜੀ ਕੰਪਲੀਟ। ਅੱਗੇ ਦੇਖਾਂਗੇ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ। ਸੋ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਇਸ ਪ੍ਰਕਾਰ ਹੈ ਆਪਣੇ ਕੋਲ। ਪੱਛਮੀ ਸਿੱਖਿਆ ਪ੍ਰਣਾਲੀ ਨਾਲ ਭਾਰਤੀ ਕਲਰਕੀ ਸੱਭਿਆਚਾਰ ਉਤਪੰਨ ਹੋਇਆ। ਪੱਛਮੀ ਸਿੱਖਿਆ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਲੋਕ ਅਨਪੜ੍ਹ ਰਹੇ। ਭਾਰਤੀ ਭਾਸ਼ਾਵਾਂ ਦਾ ਵਿਸ਼ੇਸ਼ ਵਿਕਾਸ ਨਾ ਹੋਇਆ। ਪੱਛਮੀ ਸਿੱਖਿਆ ਨਾਲ ਭਾਰਤ ਵਿੱਚ ਪ੍ਰਚਲਿਤ ਕਈ ਅੰਧ ਵਿਸ਼ਵਾਸਾਂ ਨੂੰ ਖਤਮ ਕੀਤਾ ਜਾ ਸਕਿਆ। ਪੱਛਮੀ ਸਿੱਖਿਆ ਕਾਰਨ ਹੀ ਭਾਰਤੀਆਂ ਨੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹਿਆ ਅਤੇ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਯੋਗਦਾਨ ਪਾਇਆ। ਠੀਕ। ਸੋ ਇੱਕ ਇਹ ਵੀ 3 ਨੰਬਰ ਦਾ ਹੋਇਆ ਕੁਐਸਚਨ ਕੰਪਲੀਟ। ਅਗਲਾ ਕੁਐਸਚਨ ਦੇਖੋ,
ਕਹਿੰਦਾ ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਦੇਖੋ, ਅੰਗਰੇਜ਼ੀ ਸਰਕਾਰ ਨੇ 1919 ਈਸਵੀ ਵਿੱਚ ਸੁਧਾਰ ਐਕਟ ਦਾ ਜਾਇਜ਼ਾ ਲੈਣ ਲਈ 1928 ਵਿੱਚ ਸਾਈਮਨ ਕਮਿਸ਼ਨ ਭਾਰਤ ਵਿੱਚ ਭੇਜਿਆ, ਜਿਸ ਦੇ 7 ਮੈਂਬਰ ਅੰਗਰੇਜ਼ ਹੀ ਸਨ। ਇਸ ਲਈ ਇਸ ਕਮਿਸ਼ਨ ਦਾ ਵਿਰੋਧ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਕਾਲੀ ਝੰਡੀਆਂ ਨਾਲ ਸਾਈਮਨ ਵਾਪਸ ਜਾਓ, ਸਾਈਮਨ ਗੋ ਬੈਕ ਦੇ ਨਾਅਰਿਆਂ ਨਾਲ ਕੀਤਾ ਗਿਆ। ਪੁਲਿਸ ਨੇ ਇਹਨਾਂ ਅੰਦੋਲਨ ਕਰਨ ਵਾਲੇ ਲੋਕਾਂ ਤੇ ਲਾਠੀ ਚਾਰਜ ਵੀ ਕੀਤੇ ਸੀ ਤੇ ਜੋ ਲਾਲਾ ਲਾਜਪਤ ਰਾਏ ਜਿਹੜੇ ਸੀ ਜ਼ਖਮੀ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਠੀਕ, ਇਹ ਵੀ ਆਪਣੇ ਕੋਲ 3 ਨੰਬਰ ਦਾ ਕੁਐਸਚਨ ਹੋਇਆ ਜੀ ਕੰਪਲੀਟ। ਕਿੰਨੇ ਨੰਬਰ ਦਾ ਜੀ? 3 ਨੰਬਰ ਦਾ। ਠੀਕ, ਨੈਕਸਟ ਦੇਖੋ, ਅਗਲਾ ਹੈਗਾ ਰਾਸ਼ਟਰੀ ਏਕਤਾ ਤੇ ਅਖੰਡਤਾ ਤੋਂ ਕੀ ਭਾਵ ਹੈ? ਕਿ ਅਸੀਂ ਇਸ ਉਦੇਸ਼ ਦਾ ਉਦੇਸ਼ ਨੂੰ ਪੂਰਾ ਕਰ ਰਹੇ ਹਾਂ। 42ਵੀਂ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਸ਼ਬਦ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਭਾਵ ਹੈ ਕਿ ਭਾਰਤ ਵੱਖ-ਵੱਖ ਜਾਤਾਂ, ਧਰਮ, ਨਸਲਾਂ ਅਤੇ ਜਾਤੀਆਂ ਦੇ ਲੋਕ ਵਸਦੇ ਹਨ। ਇਸ ਦੇ ਬਾਵਜੂਦ ਉਹ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਠੀਕ, ਸੋ ਇਹ ਵੀ 3 ਨੰਬਰ ਦਾ ਕੁਐਸਚਨ ਹੋਇਆ ਕੰਪਲੀਟ। ਅਗਲਾ ਵੇਖਾਂਗੇ ਕੁਐਸਚਨ ਹੈਗਾ ਹੈ ਸੰਸਦ ਵਿੱਚ ਕਾਨੂੰਨ ਕਿਵੇਂ ਬਣਦਾ ਹੈ। ਠੀਕ, ਇੰਪੋਰਟੈਂਟ ਹੈ। ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੁੰਦਾ ਹੈ। ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੋਵਾਂ ਸਦਨਾਂ ਵਿੱਚੋਂ ਬਿੱਲ ਪਾਸ ਹੋਣ ਮਗਰੋਂ ਹਰੇਕ ਬਿੱਲ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਦੀ ਪ੍ਰਵਾਨਗੀ ਉਪਰੰਤ ਬਿੱਲ ਕਾਨੂੰਨ ਬਣ ਜਾਂਦਾ ਹੈ। ਸਿਰਫ ਧਨ ਬਿੱਲ ਜਾਂ ਵਿੱਤੀ ਬਿੱਲ ਹੀ ਲੋਕ ਸਭਾ ਵਿੱਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ। ਠੀਕ ਹੈ, ਸੋ ਇਹ ਵੀ ਕੁਐਸਚਨ ਹੋਇਆ ਕੰਪਲੀਟ ਆਪਣੇ ਕੋਲ। ਦੈਨ ਆਪਣੇ ਕੋਲ ਨੈਕਸਟ ਹੈਗਾ ਆ ਜਿਹੜੇ ਕਿ ਲੌਂਗ ਕੁਐਸਚਨ ਇੱਥੋਂ ਸਟਾਰਟ ਹੋ ਜਾਣੇ ਆਪਣੇ। ਸੋ ਲੌਂਗ ਕੁਐਸਚਨ ਕਰਦੇ ਹਾਂ ਸ਼ੁਰੂ। ਫਸਟ ਹੈ, ਮੁੱਕਣਯੋਗ ਸਾਧਨ ਦੀ ਵਰਤੋਂ ਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ? ਮੁੱਕਣਯੋਗ ਸਾਧਨ ਦਾ ਭੰਡਾਰ ਨਿਸ਼ਚਿਤ ਹੈ, ਜਿਹੜਾ ਇੱਕ ਵਾਰ ਖਤਮ ਹੋਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਲਗਭਗ 80% ਜੈਵਿਕ ਸਾਧਨ ਇੱਕ ਸਦੀ ਵਿੱਚ ਖਤਮ ਹੋ ਜਾਣਗੇ। ਠੀਕ, ਤੋ ਇਸ ਲਈ ਸਾਨੂੰ ਇਹਨਾਂ ਮੁੱਕਣਯੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ। ਡਨ। ਨੈਕਸਟ ਕੁਐਸਚਨ ਦੇਖੋ, ਜਿਹੜਾ ਲੌਂਗ ਕੁਐਸਚਨ ਹੈ, ਬਿਰਸਾ ਮੁੰਡਾ ਬਾਰੇ ਤੁਸੀਂ ਕੀ ਜਾਣਦੇ ਹੋ? ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਲੋਕ ਉਸ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ। ਬਿਰਸਾ ਮੁੰਡਾ ਨੇ ਗੈਰ ਕਬਾਇਲੀ ਲੋਕਾਂ ਦੇ ਵਿਰੁੱਧ ਧਾਰਨਾ ਦਿੱਤੀ, ਜਿਨ੍ਹਾਂ ਨੇ ਕਬੀਲੇ ਦੇ ਲੋਕਾਂ ਦੀਆਂ ਜ਼ਮੀਨਾਂ ਕਬਜ਼ਾ ਕੀਤਾ ਹੋਇਆ ਸੀ। ਉਹ ਮੁੰਡਾ ਜਾਤੀ ਨਾਲ ਬੁਰਾ ਵਿਹਾਰ ਕਰਨ ਵਾਲੇ ਸਾਹੂਕਾਰਾਂ ਤੇ ਜ਼ਿਮੀਂਦਾਰਾਂ ਨੂੰ ਨਫ਼ਰਤ ਕਰਦਾ ਸੀ। ਉਸ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਮੀਨਦਾਰਾਂ ਨੂੰ ਕਿਰਾਇਆ ਨਾ ਦੇਣ। ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ। ਮੁੰਡਾ ਸਮਾਜ ਦੇ ਲੋਕ ਉਸ ਦੀ ਅਗਵਾਈ ਵਿੱਚ ਅੰਗਰੇਜ਼ ਅਫਸਰ ਤੇ ਹਮਲਾ ਕਰ ਦਿੱਤਾ, ਪਰੰਤੂ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਤੇ ਵਿਦਰੋਹ ਨੂੰ ਦਬਾ ਦਿੱਤਾ। ਨੈਕਸਟ ਲੌਂਗ ਕੁਐਸਚਨ ਦੇਖੋ ਜੀ ਕੀ ਆ? ਸਵਦੇਸ਼ੀ ਬਾਈਕਾਟ ਅੰਦੋਲਨ ਤੋਂ ਤੁਸੀਂ ਕੀ ਸੋ ਤੁਸੀਂ ਆਨਸਰ ਲਿਖੋਗੇ 1905 ਈਸਵੀ ਵਿੱਚ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕਰਨ ਨਾਲ ਬੰਗਾਲ ਵਿੱਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸ਼ੁਰੂ ਹੋਇਆ, ਜਿਸ ਦੀ ਅਗਵਾਈ ਸੁਰਿੰਦਰ ਨਾਥ ਬੈਨਰਜੀ, ਬਿਪਨ ਚੰਦਰ ਪਾਲ ਅਤੇ ਬਾਲ ਗੰਗਾਧਰ ਤਿਲਕ ਆਦਿ ਮੁੱਖ ਨੇਤਾਵਾਂ ਨੇ ਕੀਤੀ। ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਦਾ ਉਦੇਸ਼ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨਾ, ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨਾ ਸੀ। ਠੀਕ ਆ ਜੀ। ਭਾਰਤ ਵਿੱਚ ਕਈ ਸਥਾਨਾਂ ਤੇ ਵਿਦੇਸ਼ੀ ਕੱਪੜੇ ਨੂੰ ਸਾੜ ਕੇ ਜਿਹੜਾ ਵਿਦਰੋਹ ਕੀਤਾ ਗਿਆ। ਠੀਕ, ਸੋ ਨੈਕਸਟ ਕੁਐਸਚਨ ਦੇਖੋ ਜੀ, ਆ ਜਿਹੜਾ ਹੇਠਾਂ ਆ ਵਾਲਾ। ਸੋ ਇਹ ਹੈਗਾ ਗੁੱਡ ਨਿਰਲੇਪਤਾ ਤੇ ਨੋਟ ਲਿਖੋ। ਸੋ ਗੁੱਡ ਨਿਰਲੇਪਤਾ ਤੇ ਜਿਹੜਾ ਨੋਟ ਆ ਉਹ ਤੁਸੀਂ ਇੰਨਾ ਹੀ ਲਿਖਣਾ ਹੈ ਜਿੰਨਾ ਤੁਹਾਨੂੰ ਇੱਥੇ ਲਿਖਵਾਇਆ ਗਿਆ ਆ, ਤੇ ਇਹਨੂੰ ਤੁਸੀਂ ਇੱਕ ਵਾਰੀ ਪੜ੍ਹ ਲੈਣਾ ਕਿ ਗੁੱਡ ਨਿਰਲੇਪ ਲਹਿਰ ਸ਼ੁਰੂ ਕਿੱਦਾਂ ਹੋਈ ਸੀ, ਮਿਸਰ ਰਾਸ਼ਟਰਪਤੀ ਨਾਸਰ ਸਨ, ਕਿਵੇਂ ਸਾਰਾ ਕੁਛ ਹੋਇਆ। 100 ਤੋਂ ਵੱਧ ਦੇਸ਼ ਇਸ ਦੇ ਸ਼ਾਮਲ ਸਨ, ਮੈਂਬਰ ਜੋ ਵੀ ਸੀ ਉਹ ਪੜ੍ਹ ਲੈਣਾ। ਨੈਕਸਟ ਹੈਗਾ ਆਪਣੇ ਕੋਲ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਦਾ ਸੰਖੇਪ ਵਰਣਨ। ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਹੈ, ਸੋ ਇਹਨੂੰ ਅਸੀਂ ਵੀ ਪੜਾਂਗੇ। ਪਾਕਿਸਤਾਨ ਸਾਡੇ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਇਸ ਨਾਲ ਆਪਣੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸੀ ਰਿਆਸਤ ਕਸ਼ਮੀਰ ਦਾ ਭਾਰਤ ਨਾਲ ਏਕੀਕਰਨ ਕਰਨ ਨੂੰ ਪਾਕਿਸਤਾਨ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਸੀ। ਕਸ਼ਮੀਰ ਮਸਲੇ ਕਾਰਨ ਭਾਰਤ ਨੇ ਪਾਕਿਸਤਾਨ ਨਾਲ 3 ਪ੍ਰਮੁੱਖ ਅਤੇ ਕਈ ਛੋਟੇ-ਮੋਟੇ ਯੁੱਧ ਲੜੇ ਹਨ। 1971 ਵਿੱਚ ਭਾਰਤ ਪਾਕਿਸਤਾਨ ਯੁੱਧ ਤੋਂ ਬਾਅਦ 1972 ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸ਼ਿਮਲਾ ਸਮਝੌਤਾ ਵੀ ਹੋਇਆ ਸੀ, ਜਿਸ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਾਰੇ ਝਗੜਿਆਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ। ਹੁਣ ਤੋਂ ਥੋੜੇ ਸਾਲ ਪਹਿਲਾਂ ਹੀ
ਦੋਹਾਂ ਦੇਸ਼ਾਂ ਵਿਚਕਾਰ ਬੱਸ ਅਤੇ ਰੇਲ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਸਰਵਿਸ ਦੁਆਰਾ ਦੋਹਾਂ ਦੇਸ਼ਾਂ ਦੇ ਲੋਕ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਹੋਏ ਹਨ। ਠੀਕ। ਸੋ ਲਾਸਟ ਜਿਹੜਾ ਆਪਾਂ ਕੁਐਸਚਨ ਕਰਾਂਗੇ ਉਹ ਆ ਸੰਵਿਧਾਨ 'ਚ ਕਿਹੜੇ ਮੌਲਿਕ ਅਧਿਕਾਰ ਦਰਜ ਆ। ਸੋ ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੋਧ ਅਧਿਕਾਰ, ਧਾਰਮਿਕਤਾ ਦਾ ਅਧਿਕਾਰ, ਸੱਭਿਆਚਾਰ ਅਤੇ ਵਿਦਿਅਕ ਦਾ ਅਧਿਕਾਰ ਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਸੋ ਆ ਜਿਹੜਾ ਲਿਖਿਆ ਹੈ ਪੜ੍ਹ ਲੈਣਾ। ਇਹਦੇ ਨਾਲ ਹੀ ਆਪਣੇ ਲੌਂਗ ਕੁਐਸਚਨ ਹੋਏ ਕੰਪਲੀਟ। ਅੱਗੇ ਦੇਖਦੇ ਹਾਂ ਕੀ ਕਰਨ ਵਾਲਾ ਹੈਗਾ ਆ। ਸੋ ਅਸੀਂ ਆ ਸਾਰੇ ਜਿਹੜੇ ਕੁਐਸਚਨ ਸੀਗੇ ਇਹ ਕਰ ਲਏ। ਹੁਣ ਅਸੀਂ ਗੱਲ ਕਰਾਂਗੇ ਭਾਗ ਹਾਹਾ, ਜਿਹਦੇ ਵਿੱਚ ਅਸੀਂ ਪਹਿਲੇ ਇਹਨਾਂ ਨੂੰ ਮੈਂ ਪਹਿਲੇ ਹੀ ਹਾਈਲਾਈਟ ਕੀਤਾ, ਜਿੱਥੇ ਸਾਨੂੰ ਆਨਸਰ ਮਿਲਣਾ ਹੈ ਉਹ ਮੈਂ ਪਹਿਲੇ ਹੀ ਹਾਈਲਾਈਟ ਕਰ ਲਿਆ ਸੀ ਤਾਂ ਕਿ ਸਾਨੂੰ ਲੱਭਣਾ ਸੌਖਾ ਰਹੇ। ਸੋ ਕਰਦੇ ਹਾਂ ਹੁਣ ਪੈਰੇ ਵਾਲੇ ਕੁਐਸਚਨ। ਪਹਿਲਾ ਆ ਉਪਰੋਕਤ ਪੈਰੇ ਨੂੰ ਪੜ੍ਹ ਕੇ ਉੱਤਰ ਦਿਓ। ਫਸਟ ਕੁਐਸਚਨ, ਸਤੀ ਪ੍ਰਥਾ ਤੋਂ ਤੁਸੀਂ ਕੀ ਸਮਝਦੇ ਹੋ? ਸੋ ਆ ਦੇਖੋ ਇੱਥੇ ਪਹਿਲੇ ਹੀ ਆਨਸਰ ਅੰਡਰਲਾਈਨ ਕੀਤਾ ਹੈ। ਇਹਨੂੰ ਹੁਣ ਦੂਸਰੇ ਕਲਰ ਨਾਲ ਪੜ੍ਹ ਲੈਂਦੇ ਆ। ਸਤੀ ਪ੍ਰਥਾ, ਜਿਸ ਵਿੱਚ ਵਿਧਵਾਵਾਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਚਿਤਾ ਵਿੱਚ ਜਲਣ ਲਈ ਮਜਬੂਰ ਕੀਤਾ ਜਾਂਦਾ ਸੀ, ਇਹ ਸਮਾਜਿਕ ਰਿਵਾਜ ਸੀ ਜਾਂ ਭਿਆਨਕ ਰਿਵਾਜ ਸੀ, ਜਿਵੇਂ ਵੀ ਤੁਸੀਂ ਲਿਖਣਾ ਚਾਹੋ ਲਿਖ ਸਕਦੇ ਹੋ। ਸੈਕਿੰਡ ਹੈ, ਸਤੀ ਪ੍ਰਥਾ ਦੇ ਔਰਤਾਂ ਦੇ ਜੀਵਨ ਉੱਤੇ ਕੀ ਬੁਰਾ ਪ੍ਰਭਾਵ ਪਿਆ? ਸੋ ਇੱਥੋਂ ਲਿਖੋਗੇ ਉਹਨਾਂ ਨੇ ਅੰਗਰੇਜ਼ ਸਰਕਾਰ ਨਾਲ ਮਿਲ ਕੇ ਜਿਹੜਾ ਜੀਵਨ ਤੇ ਪ੍ਰਭਾਵ ਪਿਆ ਉਹ ਤੁਸੀਂ ਇੱਥੋਂ ਲਿਖਣਾਗੇ। ਇਹ ਪ੍ਰਥਾ ਨਾ ਸਿਰਫ ਔਰਤਾਂ ਦੇ ਜੀਵਨ ਨੂੰ ਖਤਮ ਕਰਦੀ ਸੀ, ਸਗੋਂ ਸਮਾਜ ਵਿੱਚ ਉਹਨਾਂ ਦੀ ਮਹੱਤਤਾ ਨੂੰ ਨਕਾਰਦੀ ਸੀ। ਸੋ ਇੰਨਾ ਤੁਸੀਂ ਲਿਖ ਦੇਣਾ ਸੈਕਿੰਡ ਕੁਐਸਚਨ ਦਾ ਆਨਸਰ। ਥਰਡ ਉਹਨਾਂ ਨੇ ਪੁੱਛਿਆ ਰਾਜਾ ਰਾਮ ਮੋਹਨ ਰਾਏ ਨੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਕੀ ਯੋਗਦਾਨ ਪਾਇਆ? ਸੋ ਉਹ ਤੁਸੀਂ ਲਿਖੋਗੇ ਇੱਥੋਂ ਦੀ ਲੈ ਕੇ ਇੱਥੇ ਤੱਕ, ਵਕਾਲਤ ਕੀਤੀ ਤੱਕ, ਥਰਡ ਕੁਐਸਚਨ ਦਾ ਆਨਸਰ। ਠੀਕ। ਸੋ ਅਗਲਾ ਪੈਰਾ ਜਿਹੜਾ ਇਹਨੂੰ ਪੜੋ ਤੇ ਆਨਸਰ ਦਿਓ। ਪਹਿਲਾ ਕੁਐਸਚਨ ਕਹਿੰਦਾ ਆਰਥਿਕ ਅਸਮਾਨਤਾ ਦੇ ਨੁਕਸਾਨ ਕੀ ਹਨ? ਸੋ ਇਹਦੇ ਜਿਹੜਾ ਨੁਕਸਾਨ ਆ ਉਹ ਕੀ ਹੈ, ਇੱਕ ਮਿੰਟ ਪੜ੍ਹ ਲਈਏ। ਆ ਦੇਖੋ ਇਹਦਾ ਨੁਕਸਾਨ, ਇਹ ਅਸਮਾਨਤਾ ਸਮਾਜਿਕ ਤਣਾਅ ਪੈਦਾ ਕਰਦਾ ਹੈ। ਸੋ ਇਹ ਤਾਂ ਆ ਜਾਣਾ ਪਹਿਲੇ ਕੁਐਸਚਨ ਦਾ ਆਨਸਰ। ਸੈਕਿੰਡ, ਆਰਥਿਕ ਨਿਆਂ ਦੇ ਬਿਨਾ ਸਮਾਜਿਕ ਨਿਆਂ ਅਸੰਭਵ ਹੈ। ਸੋ ਇਸ ਅਰਥ ਨੂੰ, ਇਸ ਵਾਕ ਨੂੰ ਤੁਸੀਂ ਸਪਸ਼ਟ ਕਰਨਾ। 2 ਨੰਬਰ ਦਾ ਹੈ, ਇਹਨੂੰ ਸਪਸ਼ਟ ਕਰਨਾ ਆ। ਫਿਰ ਹੈਗਾ ਆ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਲਈ ਸਰਕਾਰ ਵੱਲੋਂ ਕੀ ਉਪਾਅ ਕੀਤੇ ਗਏ? ਸੋ ਜਿਹੜਾ ਉਪਾਅ ਆ ਨਾ ਉਹ ਜਿੰਨਾ ਮੈਂ ਲਿਖਵਾਉਂਗਾ ਸਿਰਫ ਉਨਾ ਹੀ ਲਿਖਣਾ। ਹਾਲਾਂਕਿ ਇੱਥੇ ਪੈਰਾ ਮੈਂ ਸਾਰਾ ਹੀ ਹਾਈਲਾਈਟ ਕੀਤਾ, ਪਰ ਕੋਈ ਨਹੀਂ। ਦੇਖੋ ਸਰਕਾਰ ਵੱਲੋਂ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਲਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਵੇਂ ਕਿ ਮਗਨਰੇਗ, ਮੁਫਤ ਅਨਾਜ, ਸਿੱਖਿਆ ਲਈ ਆਰਥਿਕ ਮਦਦ ਆਦਿ। ਪਰ ਇਹ ਯੋਜਨਾਵਾਂ ਤਦ ਹੀ ਸਫਲ ਹੋ ਸਕਦੀਆਂ ਹਨ ਜਦੋਂ ਤੱਕ ਇਹਨਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਹੋਵੇ ਅਤੇ ਲੋਕਾਂ ਤੱਕ ਪਹੁੰਚ ਬਣੀ ਰਹੇ। ਸੋ ਇਹ ਤੁਸੀਂ ਆਨਸਰ ਲਿਖ ਦੇਣਾ ਹੈ ਥਰਡ ਕੁਐਸਚਨ ਦਾ, ਜਿਹਦੇ ਨਾਲ ਆਪਣੇ ਪੈਰੇ ਹੋ ਜਾਣੇ ਆ ਕੰਪਲੀਟ। ਫਿਰ ਆਪਣੇ ਕੋਲ ਭਾਗ ਕੱਕਾ ਆ ਜਿਹੜਾ ਕਿ ਹੈਗਾ ਨਕਸ਼ਾ। ਸੋ ਦੇਖਦੇ ਹਾਂ ਨਕਸ਼ਾ ਕਿਵੇਂ ਕਰਨਾ ਹੈ ਅਸੀਂ। ਸੋ ਦੇਖੋ ਭਾਰਤ ਦੇ ਉੱਤਰੀ ਮੈਦਾਨ, ਸੋ ਜਿੱਦਾਂ ਆਪਣੇ ਇੰਡੀਆ ਦਾ ਮੈਪ ਹੈ ਨਾ ਇਦਾਂ ਹੀ ਆ। ਇੱਕ ਮਿੰਟ ਮੈਂ ਅੱਛੇ ਤਰੀਕੇ ਨਾਲ ਬਣਾ ਲਵਾਂ। ਆਪਣੇ ਇੰਡੀਆ ਦਾ ਮੈਪ ਕੁਛ ਇਸ ਪ੍ਰਕਾਰ ਹੈ ਨਾ ਜੀ। ਫਿਰ ਇਦਾਂ ਹੇਠਾਂ ਜਾ ਕੇ ਇਦਾਂ ਤੇ ਇੱਥੋਂ ਦੀ ਆਪਣੇ ਕੋਲ ਕਿਵੇਂ ਆ ਜੀ, ਇਦਾਂ ਇਹ ਜਾਂਦਾ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਆਹ ਵਾਲਾ ਇੰਨਾ ਹਿੱਸਾ ਹੈ ਇੰਡੀਆ ਦੇ ਮੈਪ ਦਾ, ਆਹ ਵਾਲਾ ਇਹ ਉੱਤਰੀ ਮੈਦਾਨ ਆ। ਜਿੱਥੇ ਉੱਤਰ ਪ੍ਰਦੇਸ਼ ਆ, ਪੰਜਾਬ ਆ, ਹਿਮਾਚਲ ਪ੍ਰਦੇਸ਼, ਉਹ ਉੱਤਰੀ ਮੈਦਾਨ ਆ। ਬ੍ਰਹਮਪੁੱਤਰ ਇਦਾਂ ਜਿਹੜੀ ਤੁਸੀਂ ਨਦੀ ਲੈ ਕੇ ਆਣੀ ਆ ਨਾ, ਉਹ ਬ੍ਰਹਮਪੁੱਤਰ ਆ ਤੇ ਆਹ ਵਾਲੀ ਗੰਗਾ ਆ, ਜਿਵੇਂ ਕਿ ਤੁਸੀਂ ਮੈਂ ਮੈਪ ਤੇ ਤੁਹਾਨੂੰ ਦਿਖਾਣਾ। ਸੋ ਆਪਾਂ ਕਰਦੇ ਹਾਂ ਜੀ ਭਾਰਤ ਦੇ ਉੱਤਰੀ ਮੈਦਾਨ। ਸੋ ਦੇਖੋ ਤੁਸੀਂ ਜਿੱਦਾਂ ਤੁਹਾਡੇ ਕੋਲ ਆਹ ਵਾਲੇ ਮੈਪ ਹੈ, ਮੇਰੇ ਕੋਲ ਹਲੇ ਹੀ ਮੈਪ ਅਵੇਲੇਬਲ ਹੈ, ਸੋ ਮੈਂ ਤੁਹਾਨੂੰ ਇਹਦੇ ਵਿੱਚ ਹੀ ਸਮਝਾ ਦਿੰਦਾ। ਜਿਹੜਾ ਤੁਸੀਂ ਉੱਤਰੀ ਮੈਦਾਨ ਤੋਂ ਇੱਦਾਂ ਦਰਸਾ ਦੇਣਾ ਆ, ਇੱਦਾਂ ਬਸ ਇੰਨਾ ਕੁ ਹਿੱਸਾ ਤੁਸੀਂ ਦਰਸਾ ਦੇਣਾ ਉੱਤਰੀ ਮੈਦਾਨ ਦਾ। ਠੀਕ। ਸੈਕਿੰਡ ਜਿਹੜੀ ਚੀਜ਼ ਹੈ ਉਹ ਹੈਗੀ ਬ੍ਰਹਮਪੁੱਤਰ ਦਰਿਆ। ਸੋ ਬ੍ਰਹਮਪੁੱਤਰ ਦਰਿਆ ਧਿਆਨ ਨਾਲ ਦੇਖ ਲੈਣਾ ਮੈਂ ਕਿੱਥੋਂ ਲੈ ਕੇ ਆਊਂਗਾ। ਸੋ ਬਲੂ, ਜੇ ਤਾਂ ਤੁਸੀਂ ਪੈਂਸਲੀ ਕਲਰ ਆ ਤਾਂ ਜ਼ਰੂਰ ਪੈਂਸਲੀ ਕਲਰ ਯੂਜ਼ ਕਰਨਾ। ਸੋ ਤੁਸੀਂ ਇੱਥੋਂ ਸਟਾਰਟ ਕਰੋਗੇ ਇੱਦਾਂ ਤੇ ਇਹਨੂੰ ਹੇਠਾਂ ਇੱਥੋਂ ਡਿਗਾਉਣਾ ਆ। ਠੀਕ। ਆਓ ਇੱਕ ਵਾਰੀ ਦੁਬਾਰਾ ਦਿਖਾ ਦੇਵਾਂ ਕਿੱਦਾਂ ਡਿਗਾਉਣਾ ਆ। ਤੁਸੀਂ ਇੱਥੋਂ ਦੀ ਸਟਾਰਟਿੰਗ ਕਰਨੀ ਆ ਤੇ ਇੱਦਾਂ ਲਿਜਾਂਦੇ ਹੋਏ ਇੱਥੋਂ ਦੀ ਡਿਗਾ ਦੇਣਾ ਹੈ ਇੱਦਾਂ। ਠੀਕ। ਸੋ ਥਰਡ ਚੀਜ਼ ਦੇਖੋ ਕੀ ਹੈ। ਥਰਡ ਆਪਣੇ ਕੋਲ ਹੈਗਾ ਲਾਲ ਮਿੱਟੀ ਵਾਲਾ ਖੇਤਰ, ਅਬਰਕ ਦਾ ਇੱਕ ਰਾਜ, ਚਾਹ ਪੈਦਾ ਕਰਨ ਵਾਲਾ ਇੱਕ ਰਾਜ। ਸੋ ਅਸਾਮ ਕਿੱਥੇ ਆ ਜੀ? ਆਹ ਹੈਗਾ ਆ ਅਸਾਮ। ਸੋ ਇਹ ਹੈਗਾ ਚਾਹ ਪੈਦਾ ਕਰਨ ਵਾਲਾ ਰਾਜ। ਠੀਕ। ਨੈਕਸਟ ਹੈਗਾ ਆ ਕਪਾਹ ਪੈਦਾ ਕਰਨ ਵਾਲਾ ਕਿਹੜਾ ਜੀ? ਆ ਰਾਜਸਥਾਨ ਹੈਗਾ ਕਪਾਹ ਲਈ ਹੀ। ਠੀਕ। ਨੈਕਸਟ ਹੈਗਾ ਆ ਮੈਗਨੀਜ਼, ਕਾਲੀ ਮਿੱਟੀ ਵਾਲਾ ਖੇਤਰ। ਗੁਜਰਾਤ ਹੀ ਆਪਣੇ ਕੋਲ ਕਾਲੀ ਮਿੱਟੀ ਵਾਲਾ ਖੇਤਰ ਆ ਤੇ ਆ ਵੀ ਕਾਲੀ ਮਿੱਟੀ ਵਾਲਾ ਖੇਤਰ ਆ।
ਫਿਰ ਹੈਗਾ ਜਲੋੜ ਮਿੱਟੀ ਵਾਲਾ ਖੇਤਰ। ਸੋ ਪੰਜਾਬ ਨੂੰ ਤੁਸੀਂ ਸ਼ੋਅ ਕਰ ਸਕਦੇ ਹੋ ਜਲੋੜ ਮਿੱਟੀ ਵਾਲਾ ਖੇਤਰ, ਠੀਕ। ਸੋ ਇਸ ਤੋਂ ਬਾਅਦ ਵਾਲਾ ਜਿਹੜਾ ਆ ਭਾਰਤ ਵਿੱਚ 3 ਸਥਾਨ ਪਰ ਨੇ ਆ, ਦਿੱਲੀ, ਕਾਨਪੁਰ, ਸਥਾਈ ਬੰਦੋਬਸਤ ਵਾਲਾ ਇੱਕ ਰਾਸਤੇ, ਰਈਅਤਵਾੜੀ ਪ੍ਰਬੰਧ। ਇਹ ਤੁਸੀਂ ਆਪਣੇ ਅਕੋਰਡਿੰਗ ਜੋ ਜਿੱਥੇ ਜਿੱਥੇ ਹੈਗਾ, ਜਿਵੇਂ ਦਿੱਲੀ ਇੱਥੇ ਆ ਤੇ ਬਾਕੀ ਜਿਹੜੀਆਂ ਚੀਜ਼ਾਂ ਜਿੱਥੇ ਜਿੱਥੇ ਆ ਉੱਥੇ ਤੁਸੀਂ ਫਿਲ ਕਰ ਦੇਣਾ ਹੈ, ਠੀਕ ਆ ਜੀ। ਸੋ ਇਸ ਦੇ ਨਾਲ ਹੀ ਪੇਪਰ ਹੋਇਆ ਕੰਪਲੀਟ। ਮੈਨੂੰ ਉਮੀਦ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਓਗੇ ਜੀ।